जियो तुद आगे अरदास हमारी, जियो पिंड सब तेरा, कहो नानक सब तेरी वड्याई, कोई नाओ न जाने मेरा, धन वाहिगुरु साहिब जियो, प्रभ का सिमरन सब ते ऊंचा, प्रभ का सिमरन उदरे मूचा, प्रभ का सिमरन सब ते ऊंचा, प्रभ का सिमरन उदरे मूचा, प्रभ का सिमरन तृष्णा बुझै, प्रभ का सिमरन सब किश सुझै, प्रभ का सिमरन नाही जम त्रासा, प्रभ का सिमरन पूर्ण आसा, प्रभ का सिमरन मन की मल जाए, अमृत नाम हृद माहे समाए, प्रभ जी बसै साध की रसना, नानक जन का दासन दसना, प्रभ जी बसै साध की रसना, नानक जन का दासन दसना। वाहिगुरु जी का खालसा, वाहिगुरु जी की फतेह। परम सन्मान योग चबर छत्र तख्त दे मालिक, गरीब नवाज सतगुरु गुरु ग्रंथ साहिब सच्चे पातशाह सतगुरां दी पवित्र हजूरी विच बड़े ही अदब सहित जुड़ बैठे गुरु सवारियो ਅਤੇ अपने घरां विच बैठ करके फतेह टीवी द्वारा पावन अस्थान गुरुद्वारा बाबा जोरावर सिंह बाबा फतेह सिंह जी फतेह नगर नवी दिल्ली तो सिद्धे प्रसारण दे राही सतगुरां दी पावन बाणी आसा दी वार दा कीर्तन आप जी गुरु सवारे कीर्तनियां दे पासों सरवण कर रहे सी। आओ साध संगत इसे तरह बड़े प्रेम एकाग्रता दे नाल गुरु के चरणों विच जुड़ करके पावन बाणी दी चल रही शब्द विचार दे नाल अपनियां मन बिरतियां नूं जोड़न दा यतन करिए।
ਵਿਚਾਰ ਅਧੀਨ ਪਾਵਨ ਸ਼ਬਦ ਸੁਖਮਣੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਹਿਲੀ ਅਸ਼ਟਪਦੀ ਦਾ ਚੌਥਾ ਪਦਾ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਧ ਸੰਗਤ ਇਸ ਪਾਵਨ ਸ਼ਬਦ ਦੇ ਅੱਖਰੀ ਅਰਥ ਭਾਵ ਅਰਥ ਸਮਝਣ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਓ। ਰਸਨਾ ਪਵਿੱਤਰ ਕਰਨ ਦੇ ਲਈ ਸਾਰੇ ਹੀ ਜਪੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ, ਜਿਸ ਦੀ ਪਹਿਲੀ ਅਸ਼ਟਪਦੀ ਦੇ ਅੰਦਰ ਚੌਥੇ ਪਦੇ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ। ਸੋ ਪਾਵਨ ਬਚਨ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਹਨਾਂ ਪਾਵਨ ਬਚਨਾਂ ਦੇ ਰਾਹੀਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਬਿਆਨ ਕੀਤਾ ਹੈ। ਤੇ ਮੈਂ ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਨਾਮ ਜਪਣਾ ਸਾਡੇ ਲਈ ਜ਼ਰੂਰੀ ਕਿਉਂ ਹੈ। ਹਰ ਇੱਕ ਚੀਜ਼ ਓਨੀ ਦੇਰ ਤੱਕ ਹੀ ਸਲਾਮਤ ਰਹਿ ਸਕਦੀ ਹੈ ਜਿੰਨੀ ਦੇਰ ਤੱਕ ਉਹ ਆਪਣੇ ਮੂਲ ਦੇ ਨਾਲ ਜੁੜੀ ਹੋਈ ਹੈ। ਕੋਈ ਵੀ ਚੀਜ਼ ਜਦੋਂ ਆਪਣੇ ਮੂਲ ਨਾਲੋਂ ਆਪਣੇ ਧੁਰੇ ਨਾਲੋਂ ਟੁੱਟ ਜਾਂਦੀ ਹੈ ਤਾਂ ਉਹ ਚੀਜ਼ ਬਹੁਤੀ ਦੇਰ ਸਲਾਮਤ ਨਹੀਂ ਰਹਿ ਸਕਦੀ। ਪਾਣੀ ਦਾ ਸੋਮਾ ਹੈ ਸਮੁੰਦਰ, ਤੇ ਸਮੁੰਦਰ ਤੋਂ ਵੱਖ ਹੋਇਆ ਪਾਣੀ ਬਹੁਤੀ ਦੇਰ ਤਾਜ਼ਾ ਨਹੀਂ ਰਹਿ ਸਕਦਾ। ਉਹਦੇ ਵਿੱਚ ਬਦਬੂ ਆਉਣ ਲੱਗ ਪੈਂਦੀ ਹੈ, ਗੰਦਗੀ ਨਾਲ ਕਾਲਾ ਹੋ ਜਾਂਦਾ ਹੈ। ਦਰਖਤ ਦਾ ਮੂਲ ਜਿਹੜਾ ਹੈ ਉਹਦੇ ਨਾਲੋਂ ਕੋਈ ਟਾਹਣੀ ਜਦੋਂ ਟੁੱਟ ਜਾਂਦੀ ਹੈ ਤੇ ਉਹ ਵੀ ਬਹੁਤੀ ਦੇਰ ਹਰੀ ਭਰੀ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਮਨੁੱਖ ਵੀ ਜਦੋਂ ਆਪਣੇ ਮੂਲ ਨੂੰ ਭੁੱਲ ਜਾਂਦਾ ਹੈ, ਮੂਲ ਨੂੰ ਵਿਸਾਰ ਦਿੰਦਾ, ਤੇ ਫਿਰ ਮਨੁੱਖ ਦੀ ਜ਼ਿੰਦਗੀ ਅੰਦਰ ਵੀ ਪਰਮ ਆਨੰਦ ਤੇ ਖੇੜਾ ਨਹੀਂ ਰਹਿੰਦਾ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਨਾਲ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹਿਣ ਦਾ ਵਸੀਲਾ ਜਿਹੜਾ ਹੈ ਉਸੇ ਨੂੰ ਆਖਿਆ ਗਿਆ ਨਾਮ ਜਪਣਾ, ਨਾਮ ਸਿਮਰਨਾ। ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹਿਣਾ, ਉਹਨੂੰ ਚੇਤੇ ਦੇ ਵਿੱਚ ਵਸਾ ਕੇ ਰੱਖਣਾ। ਤੇ ਸਾਧ ਸੰਗਤ ਜਿਹੜਾ ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਏ, ਆਪਣੇ ਮੂਲ ਦੇ ਨਾਲ ਜੁੜਿਆ ਹੋਇਆ, ਤੇ ਬਾਣੀ ਦਾ ਫੈਸਲਾ ਏ ਉਹ ਮਨੁੱਖ ਸਦਾ ਹੀ ਫਿਰ ਆਨੰਦ ਵਿੱਚ ਰਹਿੰਦਾ ਹੈ। ਉਹ ਮਨੁੱਖ ਸਦਾ ਖੇੜੇ ਵਿੱਚ ਰਹਿੰਦਾ ਏ। ਉਸ ਮਨੁੱਖ ਦੀ ਜ਼ਿੰਦਗੀ ਵਿੱਚ ਤਰੋ ਤਾਜ਼ਗੀ ਹੋਏਗੀ। ਤੇ ਆਪਾਂ ਰੋਜ਼ ਹੀ ਜਪ ਬਾਣੀ ਵਿੱਚ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਕਹਿੰਦੇ ਨੇ ਆਨੰਦ ਵਾਲੀ ਖੇੜੇ ਵਾਲੀ ਅਵਸਥਾ। ਕਹਿੰਦੇ ਭਗਤ ਜਨ ਸਦਾ ਹੀ ਵਿਗਾਸ ਵਿੱਚ ਰਹਿੰਦੇ ਨੇ, ਖੇੜੇ ਵਿੱਚ ਰਹਿੰਦੇ ਨੇ। ਉਹਦਾ ਕਾਰਨ ਇਹੋ ਹੀ ਹੈ ਕਿ ਉਹਨਾਂ ਨੂੰ ਖਸਮ ਵਾਹਿਗੁਰੂ ਕਦੇ ਵੀ ਭੁੱਲਦਾ ਨਹੀਂ, ਵਿਸਰਦਾ ਨਹੀਂ। ਪਰ ਦੂਜੇ ਪਾਸੇ ਇਹ ਫੈਸਲਾ ਵੀ ਸੱਚੇ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖ ਦਿੱਤਾ। ਕਹਿੰਦੇ ਉਹ ਮਨੁੱਖ ਤੁਹਾਨੂੰ ਪਰੇਸ਼ਾਨ ਖੱਜਲ ਖੁਆਰ ਹੁੰਦੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਨੂੰ ਵਾਹਿਗੁਰੂ ਭੁੱਲਿਆ ਹੋਇਆ ਹੈ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਜਿਨ੍ਹਾਂ ਨੂੰ ਖਸਮ ਵਾਹਿਗੁਰੂ ਭੁੱਲ ਗਿਆ, ਵਿਸਰ ਗਿਆ, ਸਤਿਗੁਰੂ ਕਹਿੰਦੇ ਉਹ ਖੱਜਲ ਤੇ ਖੁਆਰ ਹੁੰਦੇ ਰਹਿਣਗੇ।
इस करके सतगुरु की बाणी दे अंदर परमेश्वर की याद विच जुड़े हुए मनुखों की गल वार वार की गई, ताकि उन्हां दे जीवन तो सानू प्रेरणा मिल सके, साडे अंदर भी परमेश्वर की बंदगी दे लई चाह पैदा होवे। ते विरले मनुख ने साध संगत जिन्हां दे अंदर ये चाह पैदा हुंदा, जेड़े गुरु दे कोलों आके ये दात मंगदे ने, दाना सिर दान नाम दान। जेड़े ये दात मंगदे ने, मांगना मांगण नीका हर जस गुर ते मांगना। ते सच्चे पातशाह ने अज दे इस विचार अधीन शब्द दे राहीं समझाया है कि दुनिया बहुत सारे जतन कर रही है, पर सारे जतनों तो उत्तम जेकर कोई जतन है परमेश्वर के चरणों नाल जुड़न दा, वो है सिमरन। दुनिया बहुत सारे कर्म कांड करती है। कोई लोग रब नूं किसी खास दिशा वल जाणदे होया उधर नूं मूंह कर करके मथे टेकी जांदे ने। कुछ लोग उन्होंने प्रसन्न करने दे लई बलियां भी दे रहे ने। कुछ कहते ने जे फलाने थां ते जाके कोई दीवा आदक जगा दईए शायद रब खुश हो जाए। कोई उन्होंने खुश करने दे लई निर्जिंद मूर्तां दे अगे जिंदा जीवां दी बलि देंदे ने। कई दुध भेटा करते ने, कोई फुल भेट कर रहा है, कोई किसी होर ढंग नाल पूजा करता है, कोई पुट्ठा लटकिया होया है। उन्होंने पूछिए भी ऐसा क्यों कर रहे हैं? कहता मैं परमेश्वर नूं खुश करना चाहता, मैं चाहता परमेश्वर मेरे ते रीझ जाए, प्रसन्न होवे। कोई जल धारे करता है ते साध संगत कोई गर्मी के दिनों में धूणियां ताप के भी बैठा होया है। इस तरह 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 के कर्म कांड लोग कर रहे ने। ते सतगुरु ने रहमत की, समझाया प्रभ का सिमरन सब ते ऊंचा। आख्या जिन्ने भी कर्म कांड लोग करते ने उन्हां सबना दे नालों कहंदे सिमरन जिहड़ा है परमेश्वर दा वो सब तो ऊंचा कर्म है। ऊंचे तो भाव चंगा कर्म है, वधिया कर्म है। कहंदे किसी होर मनमती कर्म कांड विच पैण दी लोड़ नहीं। वैगुरू नूं सदा चेते रखो, बस उन्होंने सदा याद करते रहो, चेते करते रहो, उन्होंने अपने अंग संग जानो। कहंदे जेड़े लोग विखावे दे कर्म कांड करते ने ना, दुनिया ते उन्हां ते बड़ी खुश हुंदी होवेगी कि फलाना ते बड़ा वड्डा भगत जापदा है, वो ते आ कर्म करदा है। सतगुरु ने आख्या जेड़े कर्म विखावे दे दुनिया बाहर वेख रही है, उन्हां कर्मां नूं रब दी दरगाह दे विच कोई मान नहीं मिलना। कर्म धर्म पाखंड जो दीसै तिन जम जा गाती लूटै। निर्वाण कीर्तन गावो करते का निमख सिमरत जित छूटै। संतो सागर पार उतरिए, जे को बचन कमावे संतन का सो गुर प्रसादी तरिए। कहते लोग विखावे दे कर्म बहुत करते ने, पर सच्ची मुची मन करके वैगुरु दे सिमरन विच जुड़ जाना, ओदी बंदगी विच जुड़ना अते हर कर्म करदियां होया उन्हों हाजर नाजर जानना। कहंदे ये है उदी याद, ये है उदा सिमरन। विखावा करन वाला मेरे वर्गा हो सकता है, गुरुद्वारे आके झाड़ू बड़ा मारे, पोचे बहुत लावे, जोड़ियां दी सेवा करे, लंगर दे भांडे धोती जावे। पर जदों गुरुद्वारे साहब तो बाहर जावेगा ते उदों कोई भी कर्म करन लगिया रब नूं गैर हाजिर समझ के ठगियां हेरा फेरियां मारी जावे ते फिर आखे भी मेरी सेवा भी प्रवान हो जाए। साहब कहंदे इउं नहीं।
परमेश्वर नूं हर थां ते हाजर नाजर जाणीए तां गल बनेगी। ते जेड़े लोग पाप कर्म करते ने, कहते हुण किहड़ा सानू कोई वेख रहा है, रब ते बड़ी दूर बैठा होया है। जिन्ने भी पाप कर्म करन वाले लोग ने वो रब नूं परमेश्वर जी नूं हाजर नाजर नहीं जानते, दूर समझी बैठे ने। इस करके पाप कर्म करन लगिया मनुख रता भी संकोच नहीं करता। ते अज दे दौर दे अंदर जे किसी ने चोरी करनी, हेराफेरी करनी है, वो ध्यान देंदा आसे पासे कि किते CCTV कैमरा ते नहीं लगा होया, किते उहदे विच मेरी तस्वीर ना आ जाए चोरी करदे दी। CCTV कैमरे तो डर लग रहा बंदे नूं, पर ओ वाहिगुरू परमेश्वर सद हजूर हाजर है नाजर कते ना भयो दुराई। जेड़ा हाजर नाजर है, जेड़ा सब कुछ वेख रहा है, सब कुछ सुन रहा है, ओदी परवाह ही नहीं बंदे नूं। ते साध संगत दुनिया कर्म कांड विखावे दे करदी है, पर सतगुरु ने आख्या विखावे दे कर्मां दी लोड़ नहीं। उस वाहिगुरू नूं हाजर नाजर जाणीए, ये सब तो उच्चा कर्म है। ओदी याद विच जुड़े रहिए ते नाल किरपा कीती फिर प्रभ कै सिमरन उदरे मूचा। सिमरन दे नन्हे नूं सिहारी लगी है, प्रभु दे सिमरन करन दे नाल उदरे दा भाव है उधार हो जांदा है। मूचा दा अर्थ है बहुत बड़ा। इथे मूचा तो भाव है कि बहुत वड्डे वड्डे अपराधी जिन्हां दे बारे लोग कहंदे सन कि इन्हां दा ते किते भला हो ही नहीं सकदा, इन्हां ने अपराध बड़े कीते, पाप बड़े कीते ने, पापां दी दुनिया विच गरक चुके ने। ते सतगुरु कहंदे परमेश्वर दे सिमरन दे विच इन्नी ताकत है, वड्डे वड्डे पापियां दा भी भला हो जांदा है। गुरु तेग बहादुर साहब महाराज एक शब्द दे राहीं ये सोझी सानू बख्शदे ने। मन नूं आवाज मार के कहंदे ने, मन रे प्रभ की शरण विचारो, जिह सिमरत गनका सिउदरी ताको जस उर धारो। अटल भयो ध्रुव जाके सिमरन, आर निरभय पद पाया। दुख हरताए विद को स्वामी तैं काहे बिसराया। जब ही शरण गही कृपा निध गज ग्रह ते छूटा। महिमा नाम कहाँ लो बरनो, राम कहत बंधन ते टूटा। अजामल पापी जग जाने, निमख माहे निस्तारा। नानक कहत चेत चिंता, मन तैं पी उतरे पारा। कहंदे अजामल वर्गे पापी जिन्हां दी सारी जिंदगी पाप करदियां लंघ गई, वाहिगुरू दे सिमरन सदका उन्हां दा भी भला हो गया। गणका वर्गी पापण जिहड़ी सी वो भी तर गई, ध्रुव नूं अटल पदवी मिल गई। कहंदे हाथी जिहड़ा सी तंदूए दे जाल तो मुक्त हो गया। ते साहब जी कहंदे जे सारियां दा भला हो सकदा है ते तेरा भी जरूर भला होएगा। इस करके तू भी देरी ना कर, तू भी वाहिगुरू दी याद विच जुड़िया रहो। बड़े लोग जिन्हां दा प्रभु दी याद विच जुड़ के भला होया है ते वाहिगुरू दा नाम सारियां दा सहाई बन जांदा है। पापियां नूं भी सतगुरु पातशाह कहंदे वाहिगुरू दा नाम पवित्र कर देंदा है। कौन को कलंक रहो राम नाम लेत ही, पतत पवित्र भये राम कहत ही। कहंदे राम कहंदे ही, वाहिगुरू दा नाम लैंदे ही वड्डे वड्डे पतत भी पावन बन गए। ते भगत रविदास जी दे पावन बचन ने परमेश्वर दे चरनां विच एक अरदास करदे ने। कहंदे वाहिगुरू असीं पापी हां, तू पततां नूं पावन करन वाला है, तू साडे ते किरपा कर।
ਜੋ पे हम ना पाप करंता अहे अनंता पतत पावन नाम कैसे उनता। फिर कहते ने देवा पाहन तारियले राम कहत जन कस ना तरे। कहते जिन्हें पत्थरों ते राम लिखिया सी वो पत्थर पानी तो पार हो गए। ये इतिहासक साखी है। ते भगत जी कहते राम जपण वाले वाहगुरु जपण वाले उन्हां दा भला क्यों नहीं होवेगा, वो भवजल तो पार क्यों नहीं होणगे। भाव उन्हां ते भी वाहगुरु दी मेहर होवेगी। माली गौड़ा राग दे अंदर सतगुरु पातशाह ने नाम दी महिमा बयान कीती है। ऐसो सहाई हर को नाम साध संगत भज पूर्ण काम रहाओ। कहंदे वाहगुरु दा नाम साडा किवें सहाई बनदा है। बड़ियां प्यारियां उदाहरणां हजूर सच्चे पातशाह ने दित्तियां ने। कहंदे बूढ़त को जैसे बेड़ी मिलत। हुण बंदा पानी विच डुब रिहा होवे ते डुबदे होए बंदे नूं कहंदे तिनके दा सहारा पाप वो हथ मारदा है कि कोई चीज मेरे हथ लग जाए, जिन्हों फड़ के मैं पानी तो बाहर आ जावां डुबा ना। ते सतगुरु कहंदे परमेश्वर दा नाम तेरा इउं सहाई बनेगा जिवें डुबदे हुए बंदे नूं बेड़ी दा आसरा मिल जाए। बूढ़त को जैसे बेड़ी मिलत बूझत दीपक मिलत तिलत। हुण दीवा बुझ रहा होवे ते जिवें बुझ रहे दीवे विच कोई आके तेल पा दे। दीवा बुझ रहा सी पर तेल मिल गया, दोबारा फिर जिहड़ी बत्ती जगमगा उठी है। कहंदे इउं तेरी भी जिंदगी जिहड़ी है बुझी हुई सी, पर नाम जदों जपेगा ते तेरी जिंदगी जिहड़ी है वह भी रोशन हो जाएगी। बूढ़त को जैसे बेड़ी मिलत बूझत दीपक मिलत तिलत जलत अग्नि मिलत नीर। कहंदे बंदा अग नाल सड़ रहा होवे ते उहदे ते कोई पानी पा दे आके ਉਹਦੀ जान बच जाती है। कहते तृष्णा की अग विच विकारां की अग में सड़दियां होया नाम भी तेरा इवें सहाई बनेगा। जलत अग्नि मिलत नीर जैसे बारक मुख है खीर। खीर कहते दुध नूं। छोटा बच्चा जिहड़ा केवल दुध पींदा है वो बहुत ज्यादा रो रहा होवे ते जदों ਉਹਦੇ मूँह विच दुध पै जाए इक्के दम चुप कर जाएगा, इक्के दम। इसे तरह संसार दे मोह माया विच फस के जेड़े बंदे विलकदे पए ने दुखी हो रहे ने, कहंदे परमेश्वर दा नाम उन्हां दा इउं सहाई बनदा है। जलत अग्नि मिलत नीर जैसे बारक मुखे खीर जैसे रण में सखा भरात। रण कहंदे रण मैदान जंग हो रहा होवे युद्ध, जंग दे विच फसे हुए बंदे नूं जिवें भरा पिछों आके सहाई हुंदे ने, सहायता करदे ने। दुश्मन सामने खड़े हुए ने, बंदा दुश्मनां विच घिरिया होया घबरा जांदा है कि हुण मौत जिहड़ी अवश्य हो जाएगी, बचन दा कोई चारा नहीं। पर उस वेले सके भरा पिछे आके खड़े हो जाण, इन्नी गल कह देन भी तकड़ा हो जाई असीं तेरे नाल ही आ, इन्ना हौसला मिल जाए ते बंदा हारदा नहीं। इस प्रकार हजूर कहते वाहगुरु दा नाम भी इस संसार रूपी जंग नूं जितन विच इउं ही सहाई बनेगा। जैसे रण में सखा भरात जैसे भूखे भोजन मात। भुख नाल विलकदे हुए बंदे दे सामने जिवें मां प्रशादे दा थाल परोस के धर देंदी है ते बंदे नूं संतुष्टि हो जाती है। इसे तरह वाहगुरु दा नाम ही तेरा सहाई बनेगा। जैसे रण में सखा भरात जैसे भूखे भोजन मात जैसे किरखे बरस मेंग जैसे पालन शरण सेंग। कहंदे फसल सुक रही होवे सड़ रही होवे, पानी तो मिलकदी हुई फसल दे उपर जदों मींह पै जांदा है ना ते वो फिर हरी भरी हो जाती है। जिवें कोई बंदा डरिया होवे ते वो शेर दी शरण विच आ जावे। हुण शेर बहादुरी दा प्रतीक है। जदों शेर दी शरण विच कोई होएगा
ਕਿਸੇ ਹੋਰ ਜਾਨਵਰ ਦੀ ਤਾਕਤ ਨਹੀਂ ਹੋ ਸਕਦੀ ਤੁਹਾਨੂੰ ਆ ਕੇ ਡਰਾ ਸਕੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਤੁਹਾਡਾ ਇਉਂ ਸਹਾਈ ਬਣੇਗਾ। ਤੇ ਸ਼ਬਦ ਸਾਧ ਸੰਗਤ ਲਮੇਰਾ ਹੈ, ਇਹਦੇ ਵਿੱਚ ਮਹਾਰਾਜ ਕਹਿੰਦੇ ਬਹੁਤ ਉਪਮਾ ਥੋਰ ਕਹੀ। ਕਹਿੰਦੇ ਇਹ ਨਾ ਸਮਝਿਓ ਕਿ ਉਹ ਨਾਮ ਦੀ ਸਾਰੀ ਮਹਿਮਾ ਬਿਆਨ ਕਰ ਦਿੱਤੀ ਹੈ। ਕਹਿੰਦੇ ਨਾਮ ਦੀ ਮਹਿਮਾ ਤੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਇਹ ਤੇ ਬਹੁਤ ਥੋੜੀ ਜਿਹੀ ਬਿਆਨ ਕੀਤੀ ਹੈ। ਨਾਮ ਦੀ ਤੇ ਮਹਿਮਾ ਹੀ ਬੜੀ ਹੈ, ਸਿਮਰਨ ਦੀ ਤੇ ਮਹਿਮਾ ਹੀ ਬੜੀ ਹੈ। ਤੇ ਸਾਧ ਸੰਗਤ ਇੱਕ ਸਾਖੀ ਮੈਂ ਆਪ ਜੀ ਨਾਲ ਸਾਂਝੀ ਕਰਾਂ, ਜਿਹਦੇ ਰਾਹੀਂ ਸਿਮਰਨ ਦੀ ਬੰਦਗੀ ਦੀ ਮਹਿਮਾ ਕੀ ਸਾਨੂੰ ਸਮਝ ਲੱਗ ਜਾਏਗੀ। ਕਹਿੰਦੇ ਇੱਕ ਬਹੁਤ ਵੱਡਾ ਰਾਜਾ, ਉਹਦੇ ਰਾਜ ਭਾਗ ਦੇ ਵਿੱਚ ਬਹੁਤ ਲੋਕ ਰਹਿੰਦੇ ਨੇ। ਕਹਿੰਦੇ ਉਸ ਰਾਜੇ ਨੇ ਆਪਣੇ ਰਾਜ ਭਾਗ ਦੇ ਵਿੱਚ ਇੱਕ ਮਨੁੱਖ ਰੱਖਿਆ ਹੋਇਆ ਜਿਹੜਾ ਬਹਿਰੂਪੀਆ ਹੈ, ਜਿਹੜਾ ਰੋਜ਼ ਹੀ ਨਵੇਂ ਭੇਖ ਬਣਾ ਕੇ ਰਾਜ ਦਰਬਾਰ ਵਿੱਚ ਜਾਂਦਾ ਹੈ ਤੇ ਰਾਜੇ ਦਾ ਮਨ ਪ੍ਰਚਾਵਾ ਕਰਦਾ ਹੈ। ਪਰ ਰਾਜਾ ਬਹੁਤ ਜ਼ਿਆਦਾ ਸਿਆਣਾ, ਬਹੁਤ ਬਰੀਕ ਅਕਲ ਵਾਲਾ ਸੀ। ਉਸ ਬਹਿਰੂਪੀਏ ਨੇ ਹਰ ਰੋਜ਼ ਨਵੇਂ ਤੋਂ ਨਵਾਂ ਭੇਖ ਬਣਾ ਕੇ ਜਾਣਾ, ਆਪਣਾ ਰੂਪ ਚੇਂਜ ਕਰਕੇ ਜਾਣਾ, ਆਪਣਾ ਹੁਲੀਆ ਬਦਲ ਕੇ ਜਾਣਾ। ਤੇ ਜਦੋਂ ਰਾਜ ਦਰਬਾਰ ਦੇ ਵਿੱਚ ਪਹੁੰਚਣਾ ਤੇ ਕਹਿੰਦੇ ਉਸ ਰਾਜੇ ਨੇ ਉਹਨੂੰ ਪਛਾਣ ਲੈਣਾ ਵੀ ਇਹ ਤੇ ਆਪਣਾ ਹੀ ਬੰਦਾ ਹੈ। ਕਹਿੰਦੇ ਉਸ ਬਹਿਰੂਪੀਏ ਨੂੰ ਇਸ ਗੱਲ ਦਾ ਖਤਰਾ ਹੋ ਗਿਆ ਕਿ ਮੈਂ ਜਦੋਂ ਵੀ ਹੁਲੀਆ ਬਦਲ ਕੇ ਜਾਣਾ, ਜਿੰਨਾ ਮਰਜ਼ੀ ਭੇਸ ਬਦਲ ਕੇ ਚਲਿਆ ਜਾਵਾਂ, ਰਾਜਾ ਮੈਨੂੰ ਪਛਾਣ ਨਹੀਂ ਲੈਂਦਾ ਏ। ਕਿਤੇ ਇਹ ਨਾ ਹੋਵੇ ਕਿ ਜਿਹੜੀ ਮੇਰੀ ਕਲਾਕਾਰੀ ਹੈ ਉਨੀ ਚੰਗੀ ਨਹੀਂ, ਕਿਤੇ ਰਾਜਾ ਮੈਨੂੰ ਨੌਕਰੀ ਤੋਂ ਨਾ ਕੱਢ ਦੇਵੇ। ਮਨ ਵਿੱਚ ਉਹਦੇ ਤੌਖਲਾ ਖੜਾ ਹੋ ਗਿਆ ਤੇ ਰਾਜੇ ਨੂੰ ਕਹਿੰਦਾ, ਮਹਾਰਾਜ ਮੈਨੂੰ ਇੱਕ ਮੌਕਾ ਹੋਰ ਦਿਓ, ਮੈਂ ਆਪਣਾ ਇਹੋ ਜਿਹਾ ਭੇਖ ਬਣਾ ਕੇ ਆਵਾਂਗਾ, ਤੁਸੀਂ ਮੈਨੂੰ ਪਛਾਣ ਨਹੀਂ ਸਕੋਗੇ। ਤੇ ਰਾਜਾ ਵੀ ਹੱਸ ਕੇ ਕਹਿਣ ਲੱਗਾ ਵੀ ਤੇਰੇ ਕੋਲ ਇਹ ਹੋਣਾ ਨਹੀਂ, ਤੂੰ ਰੋਜ਼ ਹੀ ਭੇਸ ਬਦਲ ਕੇ ਆਉਣਾ, ਨਵੇਂ ਤੋਂ ਨਵਾਂ ਭੇਖ ਤਿਆਰ ਕਰਕੇ ਆਉਣਾ, ਪਰ ਮੈਂ ਤੈਨੂੰ ਪਛਾਣ ਲੈਣਾ। ਕਹਿੰਦਾ ਜੀ ਇੱਕ ਮੌਕਾ ਹੋਰ ਦੇ ਦਿਓ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਮੈਨੂੰ ਪਛਾਣ ਨਹੀਂ ਸਕੋਗੇ। ਤੇ ਰਾਜਾ ਕਹਿੰਦਾ ਵੀ ਠੀਕ ਹੈ, ਜੇ ਤੂੰ ਇਹੋ ਜਿਹਾ ਭੇਖ ਬਣਾ ਲਵੇਂ, ਮੈਂ ਤੈਨੂੰ ਪਛਾਣ ਨਾ ਸਕਾਂ, ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਜੋ ਤੂੰ ਮੰਗੇਗਾ ਮੈਂ ਤੈਨੂੰ ਉਹੀ ਦੇ ਦਿਆਂਗਾ। ਕਹਿੰਦਾ ਜੀ ਠੀਕ ਹੈ। ਦੋਵਾਂ ਦੇ ਵਿੱਚ ਗੱਲ ਤੈਅ ਹੋ ਗਈ। ਰੂਪ ਵਟਾਉਣ ਵਾਲਾ ਇਹ ਬਹਿਰੂਪੀਆ ਜਿਹੜਾ ਸੀ ਨਾ, ਕਹਿੰਦੇ ਰਾਜ ਦਰਬਾਰ ਵਿੱਚ ਨਹੀਂ ਆਇਆ। ਕਹਿੰਦੇ ਇਹਨੇ ਹੁਣ ਭੇਖ ਬਣਾ ਲਿਆ ਬੰਦਗੀ ਕਰਨ ਵਾਲਿਆਂ ਦਾ। ਕਹਿੰਦੇ ਸਿਰ ਤੇ ਦਸਤਾਰ ਸਜਾ ਲਈ, ਬਹੁਤ ਵੱਡੀ ਦਾੜੀ ਲਾ ਲਈ, ਚੋਲਾ ਪਹਿਨ ਲਿਆ। ਕਹਿੰਦੇ ਸ਼ਹਿਰ ਦੇ ਬਾਹਰ ਜਿਹੜੀ ਮੇਨ ਸੜਕ ਸੀ ਉਹਦੇ ਨਾਲ ਬੈਠ ਗਿਆ। ਕਹਿੰਦੇ ਬੈਠਿਆ ਹੋਇਆਂ ਅੱਲਾ ਅੱਲਾ ਜਪੀ ਜਾਂਦਾ ਏ, ਵਾਹਿਗੁਰੂ ਨੂੰ ਚੇਤੇ ਕਰੀ ਜਾਂਦਾ ਏ। ਕਹਿੰਦੇ ਕੋਲੋਂ ਲੰਘਣ ਟੱਪਣ ਵਾਲੇ ਵੇਖਦੇ ਨੇ ਕਿ ਬੰਦਗੀ ਕਰਨ ਵਾਲਾ ਵਾਕਿਆ ਹੀ ਬੜਾ ਜੁੜਿਆ ਹੋਇਆ ਏ, ਆਉਂਦੇ ਜਾਂਦੇ ਕਿਸੇ ਰਾਹੀ ਪਾਂਦੀ ਵੱਲ ਨਹੀਂ ਵੇਖਦਾ, ਅੱਲਾ ਦੀ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ। ਕੁਝ ਲੋਕਾਂ ਨੇ ਖਾਣ ਪੀਣ ਵਾਲੇ ਪਦਾਰਥ ਦੇ ਕੋਲ ਜਾ ਕੇ ਰੱਖ ਦਿੱਤੇ। ਅਗਲੇ ਦਿਨ ਕੀ ਵੇਖਿਆ, ਖਾਣ ਪੀਣ ਵਾਲੇ ਪਦਾਰਥ ਉਵੇਂ ਹੀ ਪਏ ਹੋਏ ਨੇ, ਇਹਨੇ ਕੋਈ ਚੀਜ਼ ਖਾਧੀ ਨਹੀਂ, ਬਸ ਬੰਦਗੀ ਕਰੀ ਜਾਂਦਾ ਹੈ। ਕਹਿੰਦੇ ਸਾਰੇ ਸ਼ਹਿਰ ਵਿੱਚ ਚਰਚਾ ਹੋਣ ਲੱਗ ਪਈ ਕਿ ਬਹੁਤ ਵੱਡਾ ਫਕੀਰ ਆਪਣੇ ਨਗਰ ਵਿੱਚ ਆਇਆ ਏ, ਕੁਝ ਵੀ ਖਾਂਦਾ ਪੀਂਦਾ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਬੰਦਗੀ ਕਰੀ ਜਾਂਦਾ ਹੈ। ਕਹਿੰਦੇ ਇਹ ਖਬਰ ਜਿਹੜੀ ਸੀ ਰਾਜ ਦਰਬਾਰ ਦੇ ਵਿੱਚ ਵੀ ਪਹੁੰਚੀ। ਰਾਜੇ ਨੂੰ ਵੀ ਪਤਾ ਲੱਗਾ ਕਿ ਕੋਈ ਫਕੀਰ ਆਇਆ ਹੋਇਆ ਜਿਹੜਾ ਬੰਦਗੀ ਕਰੀ ਜਾਂਦਾ ਹੈ। ਕਹਿੰਦੇ ਇਹਨੇ ਆਪਣੇ ਖਾਸ ਬੰਦੇ ਭੇਜੇ ਜਸੂਸੀ ਕਰਨ ਵਾਸਤੇ। ਕਹਿੰਦੇ ਜਾ ਕੇ ਪਤਾ ਕਰੋ ਕਿ ਉਹ ਸੱਚੀ ਮੁੱਚੀ ਬੰਦਗੀ ਕਰਨ ਵਾਲਾ ਫਕੀਰ ਹੈ ਜਾਂ ਕੇਵਲ ਕੋਈ ਭੇਖ ਬਣਾਇਆ ਹੋਇਆ ਹੈ।
ਜਿਹੜੇ ਬੰਦੇ ਚਾਰ ਇਹਨੇ ਭੇਜੇ ਖੂਫੀਆ, ਉਹਨਾਂ ਨੇ ਸਾਰੀ ਜਸੂਸੀ ਕਰਕੇ ਚੰਗੀ ਤਰ੍ਹਾਂ ਪੜਤਾਲ ਕਰਕੇ ਰਾਜੇ ਦੇ ਕੋਲ ਆ ਕੇ ਕਿਹਾ, ਜੀ ਸੱਚੀ ਮੁੱਚੀ ਅਸੀਂ ਵੇਖਿਆ ਏ ਉਹ ਕੁਝ ਵੀ ਖਾਂਦਾ ਪੀਂਦਾ ਨਹੀਂ, ਬਸ ਬੰਦਗੀ ਵਿੱਚ ਹੀ ਲੀਨ ਹੈ। ਅਸੀਂ ਚੰਗੀ ਤਰ੍ਹਾਂ ਪੜਤਾਲ ਕਰਕੇ ਵੇਖ ਲਈ ਹੈ, ਉਹ ਕਿਸੇ ਮਨੁੱਖ ਨਾਲ ਵਾਹ ਵਾਸਤਾ ਨਹੀਂ ਰੱਖਦਾ। ਕਹਿੰਦੇ ਰਾਜੇ ਦੇ ਦਿਲ ਵਿੱਚ ਇੱਛਾ ਪੈਦਾ ਹੋਈ ਕਿ ਮੈਂ ਵੀ ਜਾ ਕੇ ਇਹੋ ਜਿਹੇ ਫਕੀਰ ਦੇ ਦਰਸ਼ਨ ਕਰ ਲਵਾਂ। ਕਹਿੰਦੇ ਰਾਜਾ ਆਪ ਆਪਣੇ ਮਹਿਲਾਂ ਤੋਂ ਚੱਲ ਕੇ ਉਸ ਫਕੀਰ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਏ। ਦੁਨੀਆ ਦੇ ਵਿੱਚ ਚਰਚਾ ਹੋਣ ਲੱਗ ਪਈ, ਸਾਰੇ ਲੋਕ ਚਰਚਾ ਕਰਦੇ ਨੇ ਕਿ ਅੱਜ ਰਾਜਾ ਆਪ ਆ ਰਿਹਾ ਦਰਸ਼ਨ ਕਰਨ ਵਾਸਤੇ ਫਕੀਰ ਦੇ। ਜਦੋਂ ਇਸ ਫਕੀਰ ਨੂੰ ਪਤਾ ਲੱਗਾ ਨਾ, ਇਹਦੇ ਮਨ ਵਿੱਚ ਕੁਝ ਘਬਰਾਹਟ ਪੈਦਾ ਹੋ ਗਈ। ਕਹਿੰਦਾ ਮੈਂ ਤਾਂ ਕੇਵਲ ਭੇਖ ਬਣਾਇਆ ਹੋਇਆ, ਕਿਤੇ ਰਾਜਾ ਮੈਨੂੰ ਪਛਾਣ ਨਾ ਲਏ। ਅੰਦਰ ਇੱਕ ਡਰ ਪੈਦਾ ਹੋ ਗਿਆ, ਪਰ ਫਿਰ ਵੀ ਇਹ ਆਪਣੀ ਅੱਖਾਂ ਬੰਦ ਕਰਕੇ ਬੰਦਗੀ ਵਿੱਚ ਬੈਠਾ ਹੋਇਆ ਹੈ। ਕਹਿੰਦੇ ਰਾਜੇ ਨੇ ਆ ਕੇ ਇਸ ਫਕੀਰ ਦੇ ਅੱਗੇ ਮੱਥਾ ਟੇਕਿਆ। ਮੱਥਾ ਟੇਕ ਕੇ ਆਖਿਆ, ਐ ਫਕੀਰ ਬਾਦਸ਼ਾਹ, ਸਾਡੇ ਰਾਜ ਦੀ ਸਲਾਮਤੀ ਵਾਸਤੇ ਦੁਆ ਕਰੋ। ਕਹਿੰਦੇ ਨੇ ਦੁਆ ਕੀਤੀ ਰਾਜ ਦੀ ਸਲਾਮਤੀ ਵਾਸਤੇ। ਰਾਜੇ ਨੇ ਕੁਝ ਹੀਰੇ ਜਵਾਹਰਾਤ, ਕੁਝ ਮਾਇਆ ਇਸ ਫਕੀਰ ਦੇ ਅੱਗੇ ਧਰ ਦਿੱਤੀ। ਕਹਿੰਦੇ ਇਸ ਫਕੀਰ ਨੇ ਉਹ ਮਾਇਆ ਹੀਰੇ ਜਵਾਹਰਾਤ ਚੁੱਕ ਕੇ ਪਾਸੇ ਕਰ ਦਿੱਤੇ। ਕਹਿੰਦਾ ਸਾਨੂੰ ਇਹਦੀ ਲੋੜ ਨਹੀਂ, ਅਸੀਂ ਕੇਵਲ ਬੰਦਗੀ ਕਰਨ ਵਾਲੇ ਆ। ਦੁਨਿਆਵੀ ਪਦਾਰਥਾਂ ਦੀ ਸਾਨੂੰ ਕੋਈ ਵੀ ਭੁੱਖ ਨਹੀਂ ਹੈ, ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਹੈ। ਕਹਿੰਦੇ ਜਦੋਂ ਸਾਰਾ ਸਮਾਨ ਚੱਕ ਕੇ ਪਾਸੇ ਧਰ ਦਿੱਤਾ ਤੇ ਰਾਜਾ ਬੜਾ ਹੈਰਾਨ ਹੋਇਆ। ਕਹਿੰਦਾ ਤੇ ਵਾਕਿਆ ਹੀ ਕੋਈ ਪਹੁੰਚੀ ਹੋਈ ਹਸਤੀ ਹੈ। ਜਦੋਂ ਸਾਰਾ ਸਮਾਨ ਇਹਨੇ ਪਾਸੇ ਕਰ ਦਿੱਤਾ, ਕੋਈ ਵੀ ਚੀਜ਼ ਨਾ ਲਈ, ਰਾਜਾ ਬੜਾ ਹੈਰਾਨ ਹੋਇਆ। ਕੁਝ ਦੇਰ ਬੈਠਾ ਤੇ ਜਦੋਂ ਵਾਪਸ ਜਾਣ ਲੱਗਿਆ ਨਾ ਆਪਣੇ ਮਹਿਲਾਂ ਨੂੰ, ਇਹ ਜਿਹੜਾ ਫਕੀਰ ਬਣਿਆ ਹੋਇਆ ਸੀ, ਇਹ ਕਿਹਾ ਕਿਤੇ ਰਾਜਾ ਗੁੱਸੇ ਨਾ ਹੋ ਜਾਵੇ, ਨਾਰਾਜ਼ ਨਾ ਹੋ ਜਾਵੇ ਮੇਰੇ ਨਾਲ। ਇਹ ਭੱਜ ਕੇ ਉੱਠ ਕੇ ਗਿਆ ਤੇ ਰਾਜੇ ਦੇ ਪੈਰ ਫੜ ਲਏ। ਹੁਣ ਰਾਜਾ ਬੜਾ ਹੈਰਾਨ ਹੈ। ਕਹਿੰਦਾ ਫਕੀਰ, ਐ ਰੱਬ ਦੇ ਬੰਦੇ, ਤੂੰ ਮੇਰੇ ਪੈਰ ਕਿਉਂ ਫੜ ਰਿਹਾ? ਮੈਂ ਤੇ ਤੇਰੇ ਅੱਗੇ ਮੱਥਾ ਟੇਕਣ ਆਇਆ। ਤੇ ਇਹਨੇ ਮੁਆਫੀ ਮੰਗ ਕੇ ਰਾਜੇ ਦੇ ਸਾਹਮਣੇ ਬੇਨਤੀ ਕੀਤੀ। ਕਹਿੰਦੇ ਜਾਨ ਦੀ ਸਲਾਮਤੀ ਹੋਵੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ, ਮੈਂ ਕੋਈ ਫਕੀਰ ਨਹੀਂ ਆ, ਮੈਂ ਤੇ ਤੁਹਾਡਾ ਹੀ ਬੰਦਾ ਹਾਂ, ਜਿਹੜਾ ਰੋਜ਼ ਭੇਖ ਬਣਾ ਬਣਾ ਕੇ ਤੁਹਾਡਾ ਦਿਲ ਪਰਚਾਵਾ ਕਰਦਾ ਸੀ। ਕਹਿੰਦੇ ਰਾਜੇ ਨੂੰ ਸਮਝ ਨਾ ਲੱਗੀ, ਹੈਰਾਨ ਹੋ ਗਿਆ ਰਾਜਾ, ਹੱਕਾ ਬੱਕਾ ਰਹਿ ਗਿਆ। ਕਹਿੰਦਾ ਕਮਾਲ ਦੀ ਗੱਲ ਹੈ, ਤੂੰ ਬੜੇ ਭੇਖ ਬਣਾਏ, ਮੈਂ ਤੈਨੂੰ ਹਰ ਰੂਪ ਦੇ ਵਿੱਚ ਪਛਾਣ ਲੈਂਦਾ ਸੀ, ਪਰ ਤੇਰਾ ਆ ਜਿਹੜਾ ਭੇਖ ਹੈ, ਸੱਚਮੁੱਚ ਮੈਂ ਤਾਂ ਕੀ ਸਾਰੇ ਸ਼ਹਿਰ ਨੂੰ ਪਛਾਣ ਨਹੀਂ ਆਈ ਤੇਰੀ। ਕਹਿੰਦਾ ਮੈਂ ਤੇਰੇ ਨਾਲ ਕੀਤਾ ਹੋਇਆ ਵਾਅਦਾ ਨਿਭਾਵਾਂਗਾ, ਜੋ ਤੈਨੂੰ ਚਾਹੀਦਾ ਮੰਗ ਲੈ, ਮੈਂ ਤੈਨੂੰ ਦੇਣ ਵਾਸਤੇ ਤਿਆਰ ਹਾਂ। ਜੇ ਤੂੰ ਰਾਜ ਭਾਗ ਵੀ ਮੰਗੇ ਮੈਂ ਤੈਨੂੰ ਉਹ ਵੀ ਦੇ ਦਿਆਂਗਾ। ਕਹਿੰਦਾ ਤੂੰ ਫੈਸਲਾ ਕਰ, ਤੂੰ ਰਾਜ ਭਾਗ ਲੈਣਾ ਹੈ ਜਾਂ ਕੁਝ ਪਦਾਰਥ ਲੈਣੇ ਨੇ। ਕਹਿੰਦੇ ਇਸ ਫਕੀਰ ਨੇ ਹੱਥ ਜੋੜੇ। ਕਹਿੰਦਾ ਜੀ ਗੱਲ ਤੇ ਆਪਣੀ ਇਹੋ ਹੀ ਹੋਈ ਸੀ ਕਿ ਜੇ ਤੁਸੀਂ ਮੈਨੂੰ ਨਾ ਪਛਾਣ ਸਕੇ ਨਾ ਤੇ ਮੈਂ ਮੂੰਹ ਮੰਗਿਆ ਇਨਾਮ ਲਵਾਂਗਾ। ਕਹਿੰਦਾ ਮੈਂ ਕੁਝ ਪ੍ਰਾਪਤੀ ਕਰਨ ਵਾਸਤੇ, ਕੁਝ ਲੈਣ ਵਾਸਤੇ ਆਇਆ ਸੀ, ਇਹ ਭੇਖ ਬਣਾਇਆ ਸੀ, ਪਰ ਅੱਜ ਸਮਝ ਪੈ ਗਈ ਹੈ ਇਹ ਭੇਖ ਬਣਾ ਕੇ ਵਾਹਿਗੁਰੂ ਦੀ ਯਾਦ ਵਿੱਚ ਅਜੇ ਮੈਂ ਜੁੜਿਆ ਨਹੀਂ, ਕੇਵਲ ਭੇਖ ਬਣਾਇਆ ਏ, ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ ਏ। ਦੁਨੀਆ ਦਾ ਰਾਜਾ ਮੇਰੇ ਅੱਗੇ ਆ ਕੇ ਝੁਕ ਰਿਹਾ ਏ, ਹੀਰੇ ਜਵਾਹਰਾਤ ਪੈਸੇ ਟਕੇ ਦੀ ਕੋਈ ਕਮੀ ਨਹੀਂ, ਖਾਣ ਪੀਣ ਵਾਲੇ ਪਦਾਰਥਾਂ ਦੇ ਢੇਰ ਲੱਗੇ ਹੋਏ ਨੇ। ਕਹਿੰਦਾ ਅਜੇ ਮੈਂ ਬੰਦਗੀ ਕਰਨ ਵਾਲਿਆਂ ਦਾ ਕੇਵਲ ਭੇਖ ਬਣਾਇਆ ਹੈ, ਅਜੇ ਮੈਂ ਬੰਦਗੀ ਕੀਤੀ ਨਹੀਂ, ਕੇਵਲ ਭੇਖ ਬਣਾਇਆ ਏ। ਜੇ ਕੇਵਲ ਭੇਖ ਬਣਾਇਆ ਹੀ ਇੰਨੀ ਵੱਡੀ ਕਿਰਪਾ ਹੋ ਗਈ, ਤੇ ਜੇ ਸੱਚਮੁੱਚ ਮੈਂ ਬੰਦਗੀ ਵਿੱਚ ਜੁੜ ਜਾਵਾਂ ਤੇ ਕਿਸੇ ਪ੍ਰਕਾਰ ਦੀ ਭੁੱਖ ਰਹਿ ਹੀ ਨਹੀਂ ਸਕਦੀ। ਵਾਹਿਗੁਰੂ ਆਪੇ ਕਿਰਪਾ ਕਰ ਦੇਗਾ, ਸਾਰੀਆਂ ਦਾਤਾਂ ਮੈਨੂੰ ਦੇਗਾ। ਇਸ ਕਰਕੇ ਮੇਰੀ ਕੋਈ ਵੀ ਇੱਛਾ ਨਹੀਂ ਹੈ ਕਿ ਮੈਂ ਰਾਜ ਭਾਗ ਲਵਾਂ, ਕੁਝ ਮਾਇਆ ਲੈ ਲਵਾਂ। ਕਹਿੰਦੇ ਮੇਰੀ ਤੇ ਇੱਛਾ ਮੇਰੇ ਰਹਿੰਦੇ ਸਾਹ ਉਹਦੀ ਯਾਦ ਵਿੱਚ ਬੰਦਗੀ ਵਿੱਚ ਜੁੜ ਕੇ ਬਤੀਤ ਹੋ ਜਾਣ। ਤੂੰ ਸੱਚਮੁੱਚ ਐਡਾ ਮਹਾਨ
ਬੰਦਗੀ ਦਾ ਪ੍ਰਤਾਪ ਜੋ ਸਤਿਗੁਰੂ ਇੱਥੇ ਵੀ ਸਾਨੂੰ ਸਮਝਾ ਰਹੇ ਨੇ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਇੱਕ ਚੀਜ਼ ਦੀ ਲੋੜ, ਤੇ ਲੋੜ ਪੂਰੀ ਹੋਣ ਤੋਂ ਬਾਅਦ ਵੀ ਬੰਦਾ ਚਾਹੁੰਦਾ ਹੋਰ ਮਿਲ ਜਾਏ, ਹੋਰ ਮਿਲ ਜਾਏ। ਉਹ ਕੀ ਹੈ? ਤ੍ਰਿਸ਼ਨਾ ਹੈ। ਤੋ ਸਾਧ ਸੰਗਤ ਢਿੱਡ ਬੰਦੇ ਦਾ ਭਰ ਜਾਂਦਾ ਹੈ, ਪਰ ਤ੍ਰਿਸ਼ਨਾ ਦਾ ਮਾਰਿਆ ਬੰਦਾ ਫਿਰ ਵੀ ਭੱਜਿਆ ਫਿਰਦਾ ਹੈ। ਸਤਿਗੁਰੂ ਕਹਿੰਦੇ ਬੰਦਗੀ ਵਿੱਚ ਜੁੜਿਆ ਤ੍ਰਿਸ਼ਨਾ ਨਹੀਂ ਰਹਿੰਦੀ, ਜੀਵਨ ਵਿੱਚ ਸੰਤੋਖ ਆ ਜਾਂਦਾ ਹੈ, ਸਬਰ ਆ ਜਾਂਦਾ ਜ਼ਿੰਦਗੀ ਦੇ ਅੰਦਰ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਸੰਤੋਖ ਨਹੀਂ ਨਾ, ਬਿਨਾ ਸੰਤੋਖ ਨਹੀਂ ਤੂੰ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਕਹਿੰਦੇ ਸੰਤੋਖ ਜੇ ਨਹੀਂ ਜ਼ਿੰਦਗੀ ਵਿੱਚ ਤੇ ਬੰਦਾ ਕਦੇ ਵੀ ਰੱਜ ਨਹੀਂ ਸਕਦਾ। ਪਰ ਸਿਮਰਨ ਦੇ ਵਿੱਚ ਜੁੜਿਆ ਕਹਿੰਦੇ ਸੰਤੋਖ ਦਾ ਧਾਰਨੀ ਹੁੰਦਾ, ਤ੍ਰਿਸ਼ਨਾ ਮੁੱਕ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਕਹਿੰਦੇ ਸਿਮਰਨ ਦੇ ਨਾਲ ਬੰਦੇ ਨੂੰ ਸੋਝੀ ਆ ਜਾਂਦੀ ਹੈ, ਬੰਦਾ ਗਿਆਨਵਾਨ ਹੋ ਜਾਂਦਾ ਹੈ। ਪਤਾ ਲੱਗ ਜਾਂਦਾ ਹੈ ਕਿ ਸਾਰਾ ਬ੍ਰਹਿਮੰਡ ਉਹਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ, ਉਹਦੇ ਹੁਕਮ ਦੇ ਵਿੱਚ ਹੀ ਦਿਨ ਚੜ੍ਹਦਾ ਰਾਤ ਪੈਂਦੀ ਹੈ। ਹਵਾ ਪਾਣੀ ਅੱਗ ਸਾਰੇ ਹੁਕਮ ਮੰਨ ਕੇ ਚੱਲ ਰਹੇ ਨੇ, ਤੇ ਮੈਂ ਵੀ ਉਹਦੇ ਹੁਕਮ ਦੇ ਵਿੱਚ ਹੀ ਰਹਿਣਾ ਹੈ। ਇਸ ਗੱਲ ਦਾ ਇਲਮ ਵੀ ਬੰਦੇ ਨੂੰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਕਹਿੰਦੇ ਸਿਮਰਨ ਕਰਨ ਵਾਲਿਆਂ ਨੂੰ ਜਮਾਂ ਦਾ ਡਰ ਵੀ ਨਹੀਂ ਰਹਿੰਦਾ। ਤਰਾਸ ਕਹਿੰਦੇ ਡਰ ਨੂੰ, ਕਿਉਂਕਿ ਬੰਦਗੀ ਕਰਨ ਵਾਲਿਆਂ ਦੇ ਨੇੜੇ ਕੋਈ ਜਮ ਆਦਿਕ ਆ ਹੀ ਨਹੀਂ ਸਕਦਾ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਕਹਿੰਦੇ ਜਮ ਵੀ ਸ਼ਰਮਸਾਰ ਹੋ ਕੇ ਭੱਜ ਜਾਂਦੇ ਨੇ ਜਦੋਂ ਜੀਵ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਕਹਿੰਦੇ ਸਿਮਰਨ ਵਿੱਚ ਜੁੜਿਆ ਹੀ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਹੋ ਸਕਦੀਆਂ ਨੇ। ਤੋ ਇੱਥੇ ਆਸਾ ਪੂਰਨ ਹੋਣ ਤੋਂ ਭਾਵ ਹੈ ਕਿ ਬੰਦੇ ਦੀ ਕੋਈ ਮੰਗ ਰਹਿੰਦੀ ਨਹੀਂ। ਬੰਦਾ ਕਹਿੰਦਾ ਜੋ ਮਾਲਕ ਨੇ ਦਿੱਤਾ ਹੈ, ਬਹੁਤ ਕੁਝ ਦਿੱਤਾ ਹੋਇਆ ਤੇ ਮੈਂ ਬੜਾ ਪ੍ਰਸੰਨ ਹਾਂ। ਭਾਵੇਂ ਥੋੜਾ ਵੀ ਹੋਵੇ, ਉਹਦੇ ਵਿੱਚ ਵੀ ਬੰਦਾ ਸਿਦਕ ਨਾਲ ਸਬਰ ਨਾਲ ਜ਼ਿੰਦਗੀ ਜਿਉਂ ਕੇ ਸ਼ੁਕਰਾਨਾ ਕਰਨਾ ਸਿੱਖ ਲੈਂਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਹੁਣ ਸਾਧ ਸੰਗਤ ਮੈਲ ਲੱਗੀ ਹੋਈ ਸੀ ਮਨ ਨੂੰ, ਮਨ ਦੀ ਮੈਲ ਲਾਉਣ ਦਾ ਯਤਨ ਨਹੀਂ ਕੀਤਾ। ਤਨ ਦੀ ਮੈਲ ਲਾਉਣ ਵਾਸਤੇ ਬਹੁਤ ਸਾਰੇ ਤੀਰਥਾਂ ਤੇ ਭਟਕਦੇ ਰਹੇ, ਤੇ ਸਤਿਗੁਰੂ ਨੇ ਆਖਿਆ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਕਹਿੰਦੇ ਖੋਟ ਤੇ ਮਨ ਦੇ ਅੰਦਰ ਸੀ, ਮੈਲ ਤੇ ਮਨ ਦੇ ਅੰਦਰ ਸੀ। ਉਹ ਮਨ ਦੀ ਮੈਲ ਪਰਮੇਸ਼ਰ ਦੇ ਸਿਮਰਨ ਦੁਆਰਾ ਹੀ ਉਤਰਦੀ ਹੈ। ਅੰਮ੍ਰਿਤ ਨਾਮ ਹਿਰਦਿ ਮਹਿ ਸਮਾਏ। ਕਹਿੰਦੇ ਜਿਉਂ-ਜਿਉਂ ਸਿਮਰਨ ਵਿੱਚ ਜੁੜਾਂਗੇ ਅੰਦਰੋਂ ਵਿਕਾਰਾਂ ਦੀ ਮੈਲ ਉਤਰ ਜਾਏਗੀ, ਅੰਦਰ ਸ਼ੁਭ ਗੁਣ ਵਸਣਗੇ, ਪਰਮੇਸ਼ਰ ਦੀ ਯਾਦ ਵਸੇਗੀ। ਨਾਮ ਅੰਮ੍ਰਿਤ ਕਹਿੰਦੇ ਹਿਰਦੇ ਘਰ ਵਿੱਚ ਵਸ ਜਾਏਗਾ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਕਹਿੰਦੇ ਪਰਮੇਸ਼ਰ ਦਾ ਵਾਸਾ ਕਿੱਥੇ ਹੈ? ਗੁਰਮੁਖਾਂ ਦੀ ਰਸਨਾ ਤੇ। ਕਿਉਂਕਿ ਰਸਨਾ ਦੇ ਨਾਲ ਅਠੇ ਪੈਰ ਵਾਹਿਗੁਰੂ ਨੂੰ ਸਿਮਰਦੇ ਰਹਿੰਦੇ ਨੇ। ਗੁਰਮੁਖਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੈ, ਤੇ ਕਹਿੰਦੇ ਇਸ ਕਰਕੇ ਵਾਹਿਗੁਰੂ ਦਾ ਵਾਸਾ ਜਿਹੜਾ ਹੈ ਉਹ ਗੁਰਮੁਖਾਂ ਦੀ ਰਸਨਾ ਤੇ ਹੈ। ਰੱਬ ਦੇ ਪਿਆਰਿਆਂ ਦੀ ਰਸਨਾ ਤੇ ਵਾਹਿਗੁਰੂ ਦਾ ਵਾਸਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਵੇਂ ਸਰੂਪ ਦੇ ਵਿੱਚ ਬੇਨਤੀ ਕਰਦੇ ਨੇ, ਨਾਨਕ ਜਨ ਕਾ ਦਾਸਨ ਦਸਨਾ। ਕਹਿੰਦੇ ਐਸੇ ਗੁਰਮੁਖ ਪਿਆਰੇ ਜਿਹੜੇ ਅਠੇ ਪੈਰ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਦਾ ਵਾਸਾ ਹੈ। ਦਾਸ ਨਾਨਕ ਐਸੇ ਗੁਰਮੁਖਾਂ ਦੇ ਦਾਸਾਂ ਦਾ ਵੀ ਦਾਸ ਬਣਨਾ ਲੋਚਦਾ ਹੈ, ਜਿਹੜੇ ਅਠੇ ਪੈਰ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ। ਤੇ ਗੁਰੂ ਸਾਹਿਬ ਰਹਿਮਤ ਕਰਨ, ਆਪਾਂ ਵੀ ਸਾਰੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਰਹਿਮਤ ਕਰਕੇ
ਸਾਨੂੰ ਵੀ ਦਾਨਾ ਸਿਰਦਾਨ ਨਾਮਦਾਨ ਦੀ ਦਾਤ ਦਿਓ, ਤਾਂ ਕਿ ਅਸੀਂ ਵੀ ਕਰਮ ਕਾਂਡਾਂ ਤੋਂ ਵਹਿਮਾਂ ਭਰਮਾਂ ਤੋਂ ਬਚ ਸਕੀਏ। ਸਾਡੇ ਅੰਦਰ ਵੀ ਤ੍ਰਿਸ਼ਨਾ ਮੁੱਕ ਜਾਏ, ਸਬਰ ਸੰਤੋਖ ਸਾਡੀ ਜ਼ਿੰਦਗੀ ਵਿੱਚ ਆ ਸਕੇ, ਸਾਡੇ ਅੰਦਰੋਂ ਵੀ ਵਿਕਾਰਾਂ ਦੀ ਮੈਲ ਲੈ ਸਕੇ, ਸਾਡਾ ਜੀਵਨ ਵੀ ਪਵਿੱਤਰ ਅੰਮ੍ਰਿਤ ਵਰਗਾ ਬਣ ਜਾਏ। ਇਸ ਵਾਸਤੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ, ਗੁਰਾ ਇੱਕ ਦੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। खूबसूरत अखा न रखे ख्याल। लाइट आई ड्रॉप। धूल मिट्टी पॉल्यूशन टीवी कंप्यूटर की हानिकारक किरणें, फिर आंखों में लाली, थकान, पानी आना, कुकरे, जाले, मोतियाबिंद या आंखों की कम होती रोशनी के लिए इस्तेमाल करें लाइट आई ड्रॉप्स। 5 तरह की तुलसी के अर्क से तैयार भारत की सबसे भरोसेमंद जॉली तुलसी 51 ड्रॉप्स, जो इम्यूनिटी बढ़ाने के लिए लैब टेस्टेड है। मिलते जुलते नाम वाली तुलसी ड्रॉप से बचें और अपनाएं असली जॉली तुलसी।